अस्सलाम वालेकुम नाज़रीन। चौधरी मोहम्मद अरशद टोपा ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੈ। ਅੱਜ ਜਨਾਬ ਗੱਲਬਾਤ ਕਰਨੇ ਆ ਕਿ ਇਸ ਇਮੀਗ੍ਰੇਸ਼ਨ ਦੇ ਵਿੱਚ ਜਿਹੜੀਆਂ ਦਰਖਾਸਤਾਂ ਹੋਈਆਂ ਨੇ ਉਹਨਾਂ ਦੇ ਰਿਜੈਕਟ ਹੋਣ ਦੀ ਖਾਸ ਵਜ੍ਹਾ ਕੀ ਹੈ, ਜਿਹੜੀਆਂ ਅੱਜ ਤੱਕ ਰਿਜੈਕਟ ਹੋਈਆਂ ਨੇ। ਠੀਕ ਹੈ, ਉਹਦੇ ਵਿੱਚ ਜਿਨ੍ਹਾਂ ਲੋਕਾਂ ਨੇ ਕੋਲਫ ਬਦਾਨ ਤੇ ਦੇ ਘਰ ਦੇ ਕੰਟੈਕਟ ਕੀਤੇ ਨੇ ਉਹਨਾਂ ਵਾਸਤੇ ਇਹ ਚੀਜ਼ ਬੜੀ ਜ਼ਰੂਰੀ ਹੈ। ਬੇਸ਼ੱਕ ਜਿਨ੍ਹਾਂ ਲੋਕਾਂ ਨੇ ਕੰਟੈਕਟ ਕੀਤੇ ਨੇ ਔਰ ਜਿਨ੍ਹਾਂ ਨੇ ਕਰਾਏ ਨੇ, ਠੀਕ ਹੈ, ਜਿਸ ਬੰਦੇ ਦੇ ਜਮ੍ਹਾਂ ਹੋਏ ਨੇ ਜਾਂ ਜਿਸ ਬੰਦੇ ਨੇ ਆਪਣੇ ਨਾਂ ਤੇ ਜਮ੍ਹਾਂ ਕਰਾਏ ਨੇ ਉਹਨਾਂ ਵਾਸਤੇ ਇਹ ਗੱਲ ਜਿਹੜੀ ਮੈਂ ਦੱਸਣ ਲਿਆ ਇਹ ਬੜੀ ਜ਼ਰੂਰੀ ਹੈ। ਠੀਕ ਹੈ ਜਨਾਬ, ਤੇ ਕੋਸ਼ਿਸ਼ ਕਰਿਓ ਇਸ ਵੀਡੀਓ ਨੂੰ ਮੁਕੰਮਲ ਵੇਖਣੇ ਦੀ। ਤੇ ਅਗਰ ਮੈਂ ਇਟਾਲੀਅਨ ਦੇ ਵਿੱਚ ਪਹਿਲੇ ਗੱਲਬਾਤ ਕਰਨਾ ਤਾਂ ਉਹਦਾ ਇਹ ਮਕਸਦ ਹੈ ਕਿ ਐਸੇ ਦੋਸਤ ਨੇ ਕਿ ਜਿਹੜੇ ਖੁਦ ਫੋਨ ਕਰਦੇ ਨੇ, ਮੈਸੇਜ ਕਰਦੇ ਨੇ, ਤੇ ਉਹਨਾਂ ਵਾਸਤੇ ਬੜਾ ਜ਼ਰੂਰੀ ਹੁੰਦਾ ਨਾ ਨਾਲ ਇਟਾਲੀਅਨ ਦੇ ਵਿੱਚ ਵੀ ਗੱਲਬਾਤ ਦੱਸਣੀ ਤੇ ਫਿਰ ਬਾਅਦ ਵਿੱਚ ਪੰਜਾਬੀ 'ਚ ਉਸ ਦਾ ਤਰਜਮਾ ਕਰਨਾ। ਠੀਕ ਹੈ ਜਨਾਬ, ਇਹ ਇਟਾਲੀਅਨ ਦੇ ਵਿੱਚ ਦੱਸਣ ਦਾ ਇਹ ਮਕਸਦ ਹੁੰਦਾ ਹੈ ਕਿ ਜਿਹੜੀ ਵੀ ਗੱਲਬਾਤ ਮੈਂ ਕਰ ਰਿਹਾ ਇਹ ਮੈਂ ਆਪਣੇ ਕੋਲੋਂ ਨਹੀਂ ਕਰ ਰਿਹਾ, ਕਿਸੇ ਵਜ੍ਹਾ ਨਾਲ ਕਰ ਰਿਹਾ, ਕਿਸੇ ਚੈਨਲ ਤੋਂ ਨਹੀਂ ਆਉਂਦੀ, ਕਿਸੇ ਅੱਗੇ ਪਿੱਛੋਂ ਨੈਟ ਤੋਂ ਨਹੀਂ ਆਉਂਦੀ। ਇਹ ਬਰਾਏ ਰਾਸਤ ਮੇਰਾ ਡਾਇਰੈਕਟ ਰਾਬਤਾ ਹੁੰਦਾ ਜਿੱਥੋਂ ਇਹ ਖਬਰ ਨਿਕਲਦੀ ਹੈ, ਜਿਹਦੇ ਵਿੱਚੋਂ ਕੋਈ ਸਬੂਤ ਹੁੰਦਾ ਹੈ ਜਿਸ ਆਰਟੀਕਲ ਦੇ ਤਹਿਤ ਨਿਕਲੀ ਆਉਂਦੀ ਹੈ। ਇਸ ਵਾਸਤੇ ਫਿਰ ਮੈਂ ਕੋਸ਼ਿਸ਼ ਕਰਨਾ ਕਿ ਇਸ ਨੂੰ ਇਟਾਲੀਅਨ ਦੇ ਵਿੱਚ ਪਹਿਲੇ ਪੜ੍ਹਿਆ ਜਾਏ ਤਾਂ ਕਿ ਇਟਾਲੀਅਨ ਲੋਕ ਵੀ ਨੇ ਜਾਂ ਜਿਹੜੇ ਲੋਕ ਚੈਨਲ ਨੂੰ ਕੰਟਰੋਲ ਕਰਦੇ ਨੇ, ਹੋਲਡ ਕਰਦੇ ਨੇ, ਉਹਨਾਂ ਦਾ ਵੀ ਸ਼ੱਕ ਸ਼ੁਬਾ ਨਿਕਲ ਜਾਏ। ਇਸ ਦਾ ਇਹ ਮਕਸਦ ਹੁੰਦਾ। ਠੀਕ ਹੈ, ਤੇ ਇਹ ਚੀਜ਼ ਇਨਫੋਰਮੇਸ਼ਨ ਬੜੀ ਜ਼ਰੂਰੀ ਹੈ ਇਸ ਇਮੀਗ੍ਰੇਸ਼ਨ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਕੋਲਫ ਬਦਾਨ ਤੇ ਦੇ ਕੰਟੈਕਟ ਡੋਮੈਸਟਿਕ ਕੀਤੇ ਨੇ ਨਾ ਉਹਨਾਂ ਦੇ ਵਾਸਤੇ। ਠੀਕ ਹੈ, ਇਹ ਪ੍ਰੋਵਿੰਸ਼ਾ ਦੀ ਕਜ਼ੇਰਤਾ ਦੇ ਵਿੱਚ ਹੋਇਆ ਚਾਂਸ ਅੱਜ ਦੀ 12 ਘੰਟੇ ਦੀ ਪਹਿਲੇ ਦੀ ਖਬਰ ਹੈ। ਐਤਵਾਰ ਦਾ ਦਿਨ ਹੈ, 12 ਤਰੀਕ ਹੈ ਅੱਜ ਜਨਾਬ, ਤੇ ਅੱਜ ਦੀ ਇਹ ਖਬਰ ਹੈ ਕਿਉਂਕਿ ਇਸ ਬੰਦੇ ਦੇ ਕਾਫੀ ਦਿਨਾਂ ਤੋਂ ਕਾਗਜ਼ ਰਿਜੈਕਟ ਹੋ ਗਿਆ ਹੈ, ਲੇਕਿਨ ਉਸਨੇ ਫਿਰ ਅਪੀਲ ਵੀ ਕੀਤੀ ਹੈ। ਅਪੀਲ ਦੇ ਵਿੱਚੋਂ ਵੀ ਦੁਬਾਰਾ ਫਿਰ ਰਿਜੈਕਟ ਹੋ ਗਏ ਨੇ ਕਿਉਂਕਿ ਉਹਨਾਂ ਦੇ ਕੋਲੇ ਸਬੂਤ ਐਸੇ ਨਿਕਲੇ ਨੇ। ਠੀਕ ਹੈ, falso contratto di lavoro come badante, nei guai una donna. Per avere il permesso di soggiorno una donna nigeriana avrebbe ricevuto un contratto di lavoro come badante per la figlia minorenne di un cittadino di Casale di Principe, solo che poi è risultato essere tutta una truffa, solamente per restare sul territorio. E quello che è emerso da una sentenza del TAR della campagna che si è pronunciato sul ricorso presentato dalla donna dopo annullamento del permesso di soggiorno। ठीक है जी, ਇਹ ਜਨਾਬ ਕੰਟੈਕਟ ਜਿਹੜਾ ਇਹ 2 ਨੰਬਰ ਆ ਬਦਾਂਤੇ ਦਾ ਉਹਨਾਂ ਨੇ ਕੀਤਾ। ਉਸ ਤੋਂ ਬਾਅਦ ਉਹ ਮਾਲਕ ਦੇ ਕੋਲੇ ਵੀ ਗਏ ਨੇ ਚੈੱਕ ਕਰਨ ਵਾਸਤੇ। ਆਰਟੀਕਲ ਥੋੜਾ ਲੰਬਾ ਹੈ, ਮੈਂ ਜਿਹੜੀ ਖਾਸ ਚੀਜ਼ ਆਈ ਉਹ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ। ਮਾਲਕ ਦੇ ਕੋਲ ਵੀ ਪੁਲਿਸ ਵਾਲੇ ਗਏ ਨੇ, ਉਹਦੇ ਕੋਲ ਜਾ ਕੇ ਉਹਨਾਂ ਪੁੱਛਿਆ ਕਿ ਕਿਆ ਇਹ ਜਿਹੜੀ ਓਰੀਜਿਨ ਨਾਈਜੀਰੀਆ ਦੀ ਹੈ ਨਾ ਔਰਤ, ਤੇ ਇਸ ਦਾ ਤੋਂ ਕੰਟੈਕਟ ਇਹਦੀ ਧੀ ਦਾ ਕੀਤੇ ਆ। ਉਸਨੇ ਬਿਲਕੁਲ ਸਾਫ਼ ਇਨਕਾਰ ਕਰ ਦਿੱਤਾ ਕਿਉਂ ਜਦੋਂ ਕੰਟੈਕਟ ਤੁਹਾਡਾ ਓਰੀਜਨਲ ਨਹੀਂ ਹੁੰਦਾ, ਪੁਲਿਸ ਵਾਲੇ ਕੰਟਰੋਲ ਕਰਨਾ ਆਉਂਦੇ ਨੇ, ਤੇ ਫਿਰ ਮਾਲਕ ਨੇ ਇਨਕਾਰ ਹੀ ਜ਼ਾਹਿਰ ਕਰਨਾ ਹੈ। ਅਗਰ ਉਹਨੇ F24 ਜਮ੍ਹਾਂ ਕਰਾਏ ਆ, ਉਸਨੇ ਕੰਟੈਕਟ ਰੈਗੂਲਰ ਕੀਤੇ ਉਸ ਬੰਦੇ ਦਾ, ਫਿਰ ਪੁਲਿਸ ਨੂੰ ਮਾਲਕ ਨੂੰ ਖੁਦ ਪਤਾ ਹੋਣਾ ਚਾਹੀਦਾ ਕਿ ਪੁਲਿਸ ਮੇਰੇ ਕੋਲੇ ਬਾਈ ਮੇਲ ਵੀ ਆਰਡਰ ਕਰ ਸਕਦੀ ਹੈ, ਇਨਕੁਆਇਰੀ ਕਰ ਸਕਦੀ ਹੈ, ਫੋਨ ਕਰਕੇ ਵੀ ਪੁੱਛ ਸਕਦੇ ਨੇ, ਔਰ ਬਾਕਾਇਦਾ ਉਸ ਐਡਰੈਸ ਤੇ ਵੀ ਪੁਲਿਸ ਵਾਲੇ ਆ ਸਕਦੇ ਨੇ। ਉਹਨਾਂ ਕੋਲੇ ਇਹ ਇਖਤਿਆਰ ਹੈ, ਗੌਰਮੈਂਟ ਦੀ ਤਰਫੋਂ ਇਹ ਆਰਡਰ ਨੇ ਕਿ ਉਹਨਾਂ ਨੂੰ ਕੰਟਰੋਲ ਕਰਨਾ ਹੈ ਕੰਮ ਵਾਲੇ ਬੰਦੇ ਨੂੰ, ਕਿਆ ਉਸ ਮੌਕੇ ਦੇ ਉੱਤੇ ਕੰਮ ਦੇ ਟਾਈਮ ਤੇ ਮੌਜੂਦ ਹੈ। ਠੀਕ ਹੈ, ਅਗਰ ਇੱਕ ਬੰਦਾ ਰੈਗੂਲਰ ਕੰਮ ਤੇ ਲੱਗਿਆ, ਪੁਲਿਸ ਵਾਲੇ ਆਉਂਦੇ ਨੇ, ਉਹ ਬੰਦਾ ਉਸ ਦਿਨ ਛੁੱਟੀ ਤੇ, ਉਹ ਹੋਰ ਚੀਜ਼ ਹੈ। ਠੀਕ ਹੈ, ਮਾਲਕ ਇਹ ਵੀ ਕਹਿ ਸਕਦਾ ਕਿ ਮੇਰੇ ਕੋਲ ਇਸ ਟਾਈਮ ਤੋਂ ਇਸ ਟਾਈਮ ਤਾਈਂ ਕੰਮ ਕਰਦਾ ਹੈ, ਅੱਜ ਉਹ ਛੁੱਟੀ ਤੇ ਜਾਂ ਮੇਰੇ ਕੋਲ ਇਜਾਜ਼ਤ ਲੈ ਕੇ ਗਿਆ ਜਾਂ ਮੈਂ ਉਸ ਨੂੰ ਭੇਜਿਆ, ਤੇ ਕੱਲ ਤੁਸੀਂ ਅਗਰ 10 ਵਜੇ ਆ ਜਾਓ ਜਾਂ 9 ਵਜੇ ਜਿਹੜਾ ਵੀ ਟਾਈਮ ਮੁਮਕਿਨ ਹੈ ਤੇ ਉਸ ਤੇ ਉਹਦਾ ਮੁਲਾਕਾਤ ਕਰਾ ਦਿਓ। ਇਹ ਕੰਟਰੋਲ ਕਰਨ ਦਾ ਤਰੀਕਾ। ਠੀਕ ਹੈ, ਤੇ ਅਗਰ ਇਸ ਇੱਕ ਬੰਦੇ ਨੇ ਕੰਟੈਕਟ ਬਿਲਕੁਲ ਹੀ 2 ਨੰਬਰ ਕੀਤੇ ਆ, ਮੈਂ ਪਿਛਲੀ ਵੀਡੀਓ ਵਿੱਚ ਸ਼ੁਰੂ ਦੀਆਂ ਵੀਡੀਓਆਂ ਵਿੱਚ ਦੱਸਿਆ ਸੀ ਕਿਸ ਤਰ੍ਹਾਂ ਕੰਟੈਕਟ ਹੁੰਦਾ, ਕਿਤਨੇ ਪੇਜ ਹੁੰਦੇ ਨੇ, ਕਿਸ ਤਰ੍ਹਾਂ F24 ਨਿਕਲਦਾ, F24 ਦਾ ਤੁਸੀਂ ਕੰਟਰੋਲ ਕਿਸ ਤਰ੍ਹਾਂ ਕਰ ਸਕਦੇ ਹੋ, ਇਹ ਸਾਰੀਆਂ ਚੀਜ਼ਾਂ ਮੈਂ ਪਹਿਲੀਆਂ ਵੀਡੀਓਆਂ ਵਿੱਚ ਦੱਸ ਚੁੱਕਿਆ। ਠੀਕ ਹੈ, ਤੇ ਅੱਜ ਦੀ ਇਹ ਖਾਸ ਚੀਜ਼ ਇਹ ਹੈ ਕੰਟਰੋਲ ਕਰਨ ਦੀ, ਇਹਤਿਆਤ ਕਰਨ ਦੀ, ਕਿ ਅਗਰ ਪੁਲਿਸ ਵਾਲੇ ਜਾਂ ਦੂਸਰੇ ਬਿਜਲੀ ਵਾਲੇ, ਕਾਰਬਨੀਰੀ ਵਾਲੇ ਬੰਦੇ ਨੂੰ ਫੋਨ ਕਰਦੇ ਨੇ ਜਾਂ ਮੇਲ ਲਿਖੀ ਹੈ ਮਾਲਕ ਦੀ, ਉਸ ਮੇਲ ਤੇ ਇੱਕ ਮੇਲ ਭੇਜਦੇ ਨੇ ਕਿ ਕਿਆ ਤੂੰ ਫਲਾਨ ਨਾਂ ਦਾ ਕੰਟੈਕਟ ਕੀਤੇ ਆ, ਬੰਦਾ ਤੇਰੇ ਕੋਲ ਕੰਮ ਕਰ ਰਿਹਾ, ਤੇ ਫਿਰ ਬੰਦੇ ਨੂੰ ਉਹਦੇ ਵਿੱਚ ਅਗਰ ਕੰਟੈਕਟ ਰੈਗੂਲਰ ਹੋਇਆ ਹੈ, ਬੰਦੇ ਦਾ F24 ਨਾਰਮਲ ਜਮ੍ਹਾਂ ਰੈਗੂਲਰ ਤਰੀਕੇ ਨਾਲ ਹੋਇਆ ਹੈ, ਤੇ ਫਿਰ ਮਾਲਕ ਨੂੰ ਘਬਰਾਉਣ ਦੀ ਬਜਾਏ ਜਵਾਬ ਉਹਨੂੰ ਦੇਣਾ ਚਾਹੀਦਾ ਕਿ ਜੀ ਬਿਲਕੁਲ ਇਹ ਬੰਦਾ ਮੇਰੇ ਕੋਲੇ ਕੰਮ ਕਰਦਾ ਹੈ। ਫਿਰ ਉਹ ਪੁੱਛਣਗੇ ਕਿਹੜੇ ਟਾਈਮ ਤੋਂ ਕਿਹੜੇ ਟਾਈਮ ਤੱਕ ਕਰਦਾ ਹੈ, ਉਹਨਾਂ ਕੋਲੇ ਸਾਰੀ ਇਨਫੋਰਮੇਸ਼ਨ ਕੰਟਰੈਕਟ ਤੇ ਪਹੁੰਚੀ ਹੁੰਦੀ ਹੈ ਨਾ। ਜਿਹੜਾ ਕੰਟਰੈਕਟ ਅਸੀਂ ਪਹਿਲੇ ਕਰਾ ਕੇ ਜਮ੍ਹਾਂ ਤੇ ਕਾਗਜ਼ਾਂ ਦੀ ਐਪਲੀਕੇਸ਼ਨ ਭੇਜਦੇ ਹਾਂ, ਠੀਕ ਹੈ, ਉਹ ਸਿਰਫ ਵੈਰੀਫਿਕੇਸ਼ਨ ਕਰਨ ਵਾਸਤੇ ਤੁਹਾਨੂੰ ਫੋਨ ਕਰਕੇ ਮਾਲਕ ਨੂੰ ਪੁੱਛਦੇ ਨੇ ਕਿ ਕਿਆ ਜਿਹੜਾ ਕੰਟੈਕਟ ਨੇ ਸਾਨੂੰ ਭੇਜਿਆ ਉਹਦੇ ਮੁਤਾਬਕ ਇਨਫੋਰਮੇਸ਼ਨ ਆਉਂਦੀ ਹੈ ਕਿ ਨਹੀਂ ਆਉਂਦੀ। ਇਹ ਫਿਰ ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕੰਟੈਕਟ 4 ਘੰਟੇ ਦਾ ਕੀਤੇ ਹੈ, ਉਹਦੇ 'ਤੇ ਕੀ ਟਾਈਮ ਲਿਖਿਆ, ਸੁਬਾਹ 8 ਤੋਂ 12 ਦਾ ਲਿਖਿਆ ਹੈ
ਜਾਂ ਪਿਛਲੇ ਟਾਈਮ 4 ਤੋਂ 6 ਦਾ ਲਿਖਿਆ, ਜਿਹੜਾ ਵੀ ਤੁਸੀਂ ਟਾਈਮ ਲਿਖਿਆ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ। ਜਦੋਂ ਉਹ ਫੋਨ ਕਰਕੇ ਜਾਂ ਕੋਈ ਬੰਦਾ ਇਨਕੁਆਇਰੀ ਵਾਸਤੇ, ਇਨਫੋਰਮੇਸ਼ਨ ਵਾਸਤੇ, ਵੈਰੀਫਿਕੇਸ਼ਨ ਕਰਨ ਵਾਸਤੇ ਆਉਂਦਾ ਤੇ ਫਿਰ ਤੁਹਾਨੂੰ ਉਹ ਟਾਈਮ ਦੱਸਣਾ ਚਾਹੀਦਾ। ਅਗਰ ਬੰਦਾ ਮੌਕੇ ਦੇ ਉੱਤੇ ਮੌਜੂਦ ਨਹੀਂ ਤੇ ਤੁਸੀਂ ਉਸ ਨੂੰ ਇਹ ਵੀ ਕਹਿ ਸਕਦੇ ਹੋ ਕਿ ਬੰਦਾ ਮੇਰੇ ਕੋਲੇ ਬਿਲਕੁਲ ਕੰਮ ਕਰਦਾ ਅੱਜ, ਜਾਂ ਉਹਦੇ ਛੁੱਟੀ ਲੈ ਗਿਆ ਜਾਂ ਉਸ ਨੂੰ ਮੈਂ ਭੇਜਿਆ। ਇਹ ਇੱਕ ਤਰੀਕਾ ਇਹ ਇਨਕੁਆਇਰੀ ਜਾਂ ਵੈਰੀਫਿਕੇਸ਼ਨ ਕਰਾਉਣ ਦਾ। ਠੀਕ ਹੈ ਜਨਾਬ। ਤੇ ਉਮੀਦ ਕਰਨੇ ਇਨਸ਼ਾਅੱਲਾ ਕਿ ਇਹਨਾਂ ਦਿਨਾਂ ਦੇ ਵਿੱਚ ਕਾਫੀ ਚੇਂਜਿੰਗ ਆਵੇਗੀ ਕਾਨੂੰਨ ਦੇ ਵਿੱਚ 14-15 ਤਰੀਕ ਨੂੰ। ਤੇ ਜਿਹੜੀ ਵੀ ਆਉਂਦੀ ਜਨਾਬ ਇਨਸ਼ਾਅੱਲਾ ਤਾਲਾ ਤੁਹਾਨੂੰ ਪੂਰੀ ਡਿਟੇਲ ਦੱਸੀ ਜਾਏਗੀ, ਪੂਰੇ ਸਬੂਤ ਨਾਲ, ਆਰਟੀਕਲ ਨਾਲ। ਠੀਕ ਹੈ। ਤੇ ਅਗਰ ਇਹ ਇਨਫੋਰਮੇਸ਼ਨ ਜੇ ਤੁਹਾਡੇ ਕੰਮ ਆ ਜਾਏ ਤੇ ਦੁਆ ਵਿੱਚ ਬੰਦੇ ਨੂੰ ਯਾਦ ਰੱਖਿਓ। ਓਕੇ ਜਨਾਬ, ਅੱਲਾ ਹਾਫਿਜ਼।